ਮਾਝੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾਂ ਦੀ ਹੋਈ ਸ਼ਤਾਬਦੀ ਮਨਾਈ। ਕੀ ਲੱਗਦਾ ਸਿੱਖੀ ਕਿੰਨੀ ਕੁ ਅੱਪ ਕਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ? ਜਥੇਦਾਰਾਂ ਦੀਆਂ ਉਹ ਕਰਤੂਤਾਂ ਜੱਗ ਜ਼ਾਹਰ ਕਰਾਂਗੇ ਜਿਹੜੀਆਂ ਕਰਤੂਤਾਂ ਕਿਸੇ ਨੇ ਵੇਖੀਆਂ ਸੁਣੀਆਂ ਨਹੀਂ ਹੋਣਗੀਆਂ। ਉੱਥੇ ਹਰਪ੍ਰੀਤ ਸਿੰਘ ਦੇ ਵਿੱਚੋਂ ਸੁਖਵੀਰ ਬਾਦਲ ਬੋਲਦਾ ਸੀ ਜਿਵੇਂ ਉੱਥੇ ਬਾਦਲ ਗਰੁੱਪ ਦੀ ਕੋਈ ਕਾਨਫਰੰਸ ਰੱਖੀ ਹੋਵੇ। ਮੈਂ ਪੁੱਛਣਾ ਚਾਹੁੰਦਾ ਹਰਪ੍ਰੀਤ ਸਿੰਘ ਨੂੰ ਕਿ ਸ਼੍ਰੋਮਣੀ ਕਮੇਟੀ ਜਾਂ ਜਿੰਨੇ ਸਾਡੇ ਅਸਥਾਨ ਨੇ ਕੀ ਉਹਨਾਂ ਦੀ ਵੈਲਿਊ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਰਕੇ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਵੈਲਿਊ ਤੁਹਾਡੇ ਕਰਕੇ ਹੈ? ਤੇ ਇਹ ਜਿਹੜੇ ਇਹ ਬਦਮਾਸ਼ੀ ਕਰਦਾ ਨਾ ਹਰਪ੍ਰੀਤ ਸਿੰਘ, ਇਸ ਤਰ੍ਹਾਂ ਬੋਲਦਾ ਕਿ ਡਾਂਗਾ ਚੁੱਕ ਕੇ ਵਹੀਰਾਂ ਘੱਤ ਲਿਓ। ਹਰਪ੍ਰੀਤ ਸਿੰਘ, ਉਦੋਂ ਤੁਹਾਡੀ ਟਾਸਕ ਫੋਰਸ ਕਿੱਥੇ ਸੀਗੀ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਇੱਕ ਅੰਕ ਖਿਲਾਰਿਆ ਗਿਆ ਸੀਗਾ? ਉਦੋਂ ਕਿੱਥੇ ਸੀ ਤੁਸੀਂ? ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਹੀਰਾਂ ਕੱਤ ਕੇ ਆਇਓ। ਜਿਹੜਾ ਗੁਰਮਤਿ ਪ੍ਰਕਾਸ਼ ਛਪਿਆ ਸੀਗਾ ਜਿੱਥੇ ਸਾਹਿਬਜ਼ਾਦਿਆਂ ਦੀ ਫੋਟੋਆਂ ਬਣਾ ਕੇ ਉੱਤੇ ਟੋਪੀਆਂ ਪਵਾਈਆਂ ਸੀ ਬਾਬਾ ਫਤਿਹ ਸਿੰਘ ਹੋਰਾਂ ਦੇ, ਸਾਡੇ ਉਹ ਮਹਾਨ ਸ਼ਹੀਦਾਂ ਦੇ, ਉਹ ਟੋਪੀਆਂ ਪਾਉਣ ਵਾਲਿਆਂ ਤੇ ਡਾਂਗਾਂ ਵਾਲੇ ਕਿੱਦਾਂ ਲੈ ਕੇ ਆਵੇਂਗਾ ਤੂੰ? ਯਕੀਨ ਨਹੀਂ ਆਉਂਦਾ ਵੀ ਇੰਨੇ ਕਰਕੇ ਗਏ। ਜੇ ਲੌਂਗੋਵਾਲ ਦੀ ਕੋਠੀ ਦੇ ਵਿੱਚ ਕੋਈ ਬੱਲਬ ਵੀ ਲੱਗਦਾ ਨਾ, ਉਹ ਵੀ ਗੁਰਦੁਆਰਾ ਸਾਹਿਬ ਚੋਂ ਲੈ ਕੇ ਜਾਂਦੇ ਆ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾਂ ਦੀ ਹੋ ਚੁੱਕੀ ਹੈ। 15 ਨਵੰਬਰ 1920 ਨੂੰ ਸ਼ੁਰੂਆਤ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਉਸ ਤੋਂ ਬਾਅਦ 2020 ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਮਨਾਈ ਗਈ ਸ਼ਤਾਬਦੀ ਮਨਾਈ ਗਈ। ਸੋ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਸ਼ਤਾਬਦੀ ਦੌਰਾਨ ਭੋਗ ਪਾਏ ਗਏ, ਸੋ ਮਨਾਈ ਗਈ। ਸਾਡੇ ਨਾਲ ਇਸ ਸੰਬੰਧ 'ਚ ਗੱਲਬਾਤ ਕਰਨ ਲਈ ਭਾਈ ਹਰਜਿੰਦਰ ਸਿੰਘ ਮੌਜੂਦ ਨੇ, ਦਰਬਾਰੇ ਖਾਲਸਾ ਦੇ ਮੁੱਖ ਸੇਵਾਦਾਰ ਨੇ ਭਾਈ ਹਰਜਿੰਦਰ ਸਿੰਘ ਮਾਝੀ, ਸੋ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਕਰਾਂਗੇ ਗੱਲਬਾਤ। ਮਾਝੀ ਸਾਹਿਬ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਧੰਨਵਾਦ ਜੀ, ਬਹੁਤ ਬਹੁਤ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾਂ ਦੀ ਹੋਈ ਸ਼ਤਾਬਦੀ ਮਨਾਈ। ਕੀ ਲੱਗਦਾ ਸਿੱਖੀ ਕਿੰਨੀ ਕੁ ਅੱਪ ਕਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ? ਸਿੱਖਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਪਰ ਉੱਥੇ ਅੱਜ ਜਿਹੜੇ ਮੌਜੂਦਾ ਪ੍ਰਬੰਧਕ ਨੇ ਇਹ ਡੀਂਗਾਂ ਤਾਂ ਵੱਡੀਆਂ ਵੱਡੀਆਂ ਮਾਰਦੇ ਨੇ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਇਹ 5 ਪ੍ਰਾਪਤੀਆਂ ਦੱਸ ਦੇਣ ਕਿ ਕੀਤਾ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਗੁਰਦੁਆਰਾ ਸਾਹਿਬ ਦੇ ਸੁਧਾਰ ਲਈ ਜਾਂ ਗੁਰਮਤ ਦੇ ਪ੍ਰਚਾਰ ਲਈ ਕੀਤਾ ਕੀ ਹੈ। ਡੱਕਾ ਇਹਨਾਂ ਨੇ ਤੋੜਿਆ ਨਹੀਂ ਜੀ। ਬਾਕੀ ਜਿਹੜਾ ਇਹਨਾਂ ਨੇ ਉੱਥੇ ਸ਼ਤਾਬਦੀ ਮੌਕੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਕੇ ਨਹੀਂ ਉੱਥੇ ਬੋਲੇ, ਉੱਥੇ ਹਰਪ੍ਰੀਤ ਸਿੰਘ ਦੇ ਵਿੱਚੋਂ ਸੁਖਵੀਰ ਬਾਦਲ ਬੋਲਦਾ ਸੀ ਜਿਵੇਂ ਉੱਥੇ ਬਾਦਲ ਗਰੁੱਪ ਦੀ ਕੋਈ ਕਾਨਫਰੰਸ ਰੱਖੀ ਹੋਵੇ। ਸਿਰਫ ਪਹਿਲੇ ਕੁਝ ਮਿੰਟ ਉਹ ਪੁਰਾਣੇ ਯੋਧਿਆਂ ਦਾ, ਸਾਡੇ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦਾ ਜ਼ਿਕਰ ਕਰਕੇ ਬਾਅਦ ਦੇ ਵਿੱਚ ਜੋ ਇਹ ਬਦਮਾਸ਼ੀ ਵਾਲੀ ਬੋਲੀ ਮੈਂ ਸਮਝਦਾ ਹਰਪ੍ਰੀਤ ਸਿੰਘ ਨੇ ਬੋਲੀ ਹੈ, ਉਹ ਹਰ ਇੱਕ ਸੱਚੇ ਸੁੱਚੇ ਸਿੱਖ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ ਕਿ ਮਤਲਬ ਇਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਨ ਹੈ। ਮੈਂ ਪੁੱਛਣਾ ਚਾਹੁੰਦਾ ਹਰਪ੍ਰੀਤ ਸਿੰਘ ਨੂੰ ਕਿ ਸ਼੍ਰੋਮਣੀ ਕਮੇਟੀ ਜਾਂ ਜਿੰਨੇ ਸਾਡੇ ਅਸਥਾਨ ਨੇ ਕੀ ਉਹਨਾਂ ਦੀ ਵੈਲਿਊ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਰਕੇ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਵੈਲਿਊ ਤੁਹਾਡੇ ਕਰਕੇ ਹੈ? ਹੁਣ ਇਹ ਮਤਲਬ ਸਾਡੇ ਸਾਰੇ ਸਿਸਟਮ ਦਾ ਸੱਤਿਆਨਾਸ਼ ਕਰਕੇ ਜਿਹੜਾ ਇਹਨਾਂ ਦੇ ਉੱਤੇ ਸਵਾਲ ਚੁੱਕਦਾ ਉਹਨੂੰ ਇਹ ਡਰਾ ਰਹੇ ਨੇ। ਜਿਵੇਂ ਬੋਲਿਆ ਨਾ ਕਿ ਡਾਂਗਾਂ ਲੈ ਕੇ ਅਕਾਲੀ ਵਰਕਰੋ ਡਾਂਗਾਂ ਲੈ ਕੇ ਆ ਜਿਓ, ਤੇ ਫਿਰ ਜਿਵੇਂ ਕਰਤਾਰ ਸਿੰਘ ਝੱਬਰ ਹੋਰੀ ਡਾਂਗਾ ਲੈ ਕੇ ਆਏ ਸੀਗੇ। ਮੈਂ ਦੱਸਣਾ ਚਾਹੁੰਦਾ ਹਰਪ੍ਰੀਤ ਸਿੰਘ ਜੀ, ਕਰਤਾਰ ਸਿੰਘ ਝੱਬਰ ਹੋਰਾਂ ਨੇ ਡਾਂਗਾਂ ਚੱਕੀਆਂ ਸੀਗੀਆਂ, ਉਹ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਸ਼ਾਂਤਮਈ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲ ਹੋਰਾਂ ਨੇ ਸ਼ਹਾਦਤਾਂ ਦਿੱਤੀਆਂ। ਜਦੋਂ ਉਹ ਸ਼ਾਂਤਮਈ ਸ਼ਹਾਦਤਾਂ ਅਗਲੇ ਦਿਨ ਸਿੱਖ ਹਥਿਆਰਬੰਦ ਆਏ ਕਰਤਾਰ ਸਿੰਘ ਝੱਬਰ ਹੋਰਾਂ ਦੀ ਅਗਵਾਈ ਦੇ ਵਿੱਚ। ਉਹ ਤੁਹਾਡੇ ਵਰਗੇ ਜਿਹੜੇ ਮਹੰਤ ਬੈਠੇ ਸੀ ਨਾ, ਨਰੈਣੂ ਆ ਸੁਖਵੀਰ ਬਾਦਲ ਵਰਗੇ, ਇਹਨਾਂ ਮਹੰਤਾਂ ਤੋਂ ਕਬਜ਼ਾ ਛਡਵਾਉਣ ਲਈ ਸਿੱਖਾਂ ਨੇ ਹਥਿਆਰ ਚੁੱਕੇ ਸੀਗੇ। ਤੇ ਹੁਣ ਤੁਸੀਂ ਨਾਲੇ ਜਿਹੜੀ ਗੱਲ ਕਰ ਰਹੇ ਹੋ ਵੀ ਅਕਾਲੀ ਜੀ ਅਕਾਲੀ ਦਲ ਐਂ ਕਰੇ, ਕੀ ਇਹ ਉਹ ਅਕਾਲੀ ਦਲ ਹੈ?
ਇਹ ਅਕਾਲੀ ਦਲ ਉਹੀ ਹੈ ਜਿਹੜੇ ਅਕਾਲੀ ਦੀ ਪਰਿਭਾਸ਼ਾ ਭਾਈ ਕਾਹਨ ਸਿੰਘ ਨਾਭਾ ਨੇ ਦਿੱਤੀ ਹੈ। ਅਕਾਲੀ ਦਾ ਮਤਲਬ ਹੈ ਇੱਕ ਅਕਾਲ ਦਾ ਉਪਾਸਕ, ਇੱਕ ਪਰਮਾਤਮਾ ਤੇ ਅਕੀਦਾ ਰੱਖਣ ਵਾਲਾ। ਮੈਂ ਭਾਈ ਕਾਹਨ ਸਿੰਘ ਨਾਭਾ ਦੇ ਉਹ ਸ਼ਬਦ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ। ਅਕਾਲੀ ਦੀ ਪਰਿਭਾਸ਼ਾ, ਇਸ ਪਰਿਭਾਸ਼ਾ ਦੇ ਸਾਹਮਣੇ ਕੀ ਸੁਖਵੀਰ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਇਹਨਾਂ ਦੀ ਜੁੰਡਲੀ ਨੂੰ ਖੜਾ ਕਰਕੇ ਵੇਖੋ ਇਹ ਤੁਰੇ ਕਿੱਥੇ ਫਿਰਦੇ ਆ। ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵਾ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਤੇ ਅੱਜ ਤੁਸੀਂ ਵੇਖੋ ਜੀ ਅਕਾਲੀਆਂ ਦਾ ਕੀ ਹਾਲ ਹੈ। ਅੱਜ ਜਿੰਨੇ ਇਹ ਪੰਥ ਵਿਰੋਧੀ ਡੇਰੇਦਾਰ ਪੈਦਾ ਕੀਤੇ, ਸਾਰਿਆਂ ਨੂੰ ਬਾਦਲ ਕਿਆਂ ਨੇ ਪੂਰੀ ਛਤਰਛਾਇਆ ਦਿੱਤੀ ਹੈ ਅੱਜ ਦੇ ਇਹਨਾਂ ਅਖੌਤੀ ਅਕਾਲੀਆਂ ਨੇ। ਕਦੇ ਇਹ ਨੂਰ ਮੇਲੀਏ ਦੇ ਜਾ ਕੇ ਗਿੱਟਿਆਂ 'ਚ ਬਹਿੰਦੇ ਨੇ, ਕਦੇ ਸੌਦਾ ਸਾਧ ਨੂੰ ਇੰਨਾ ਇਹਨਾਂ ਨੇ ਝਮਲਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਪਿਤਾ ਦਾ ਸਵਾਂਗ ਰਚਣ ਤੋਂ ਬਾਅਦ ਸਾਡੇ ਪਾਵਨ ਪਵਿੱਤਰ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਤੱਕ ਪਹੁੰਚ ਗਿਆ, ਫਿਰ ਵੀ ਉਹਦੀ ਪੁਸਤ ਪਨਾਹੀ ਕਰਦੇ ਰਹੇ। ਔਰ ਜਿੰਨੇ ਵੀ ਭਨਿਆਰੇ ਵਾਲਾ ਵੀ ਇਹਨਾਂ ਨੇ ਝਮਲਾਇਆ ਸੀਗਾ ਬਾਦਲ ਕਿਆਂ ਨੇ। ਸੋ ਇਹ ਉਹ ਅਕਾਲੀ ਨਹੀਂ, ਅਕਾਲੀ ਫੂਲਾ ਸਿੰਘ ਵਾਲੇ ਇਹ ਬਹੁਤ ਮਤਲਬ ਮੈਂ ਕਹਿੰਦਾ ਅਕਾਲੀ ਸ਼ਬਦ ਨੂੰ ਬਦਨਾਮ ਕਰਨ ਵਾਲੇ ਲੋਕ ਨੇ ਜੀ। ਤੇ ਇਹ ਜਿਹੜੇ ਇਹ ਬਦਮਾਸ਼ੀ ਕਰਦਾ ਨਾ ਹਰਪ੍ਰੀਤ ਸਿੰਘ, ਇਸ ਤਰ੍ਹਾਂ ਬੋਲਦਾ ਕਿ ਡਾਂਗਾ ਚੁੱਕ ਕੇ ਵਹੀਰਾਂ ਘੱਤ ਲਿਓ। ਹਰਪ੍ਰੀਤ ਸਿੰਘ, ਉਦੋਂ ਤੁਹਾਡੀ ਟਾਸਕ ਫੋਰਸ ਕਿੱਥੇ ਸੀਗੀ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਇੱਕ ਅੰਕ ਖਿਲਾਰਿਆ ਗਿਆ ਸੀਗਾ? ਉਦੋਂ ਕਿੱਥੇ ਸੀ ਤੁਸੀਂ? ਤਾਂ ਸਾਡੇ ਵੇਕਸੂਰਾਂ ਦੇ ਉੱਤੇ ਜਦੋਂ ਕਹਿਰ ਢਾਇਆ ਜਾਂਦਾ, ਸ਼ਾਂਤਮਈ ਬਾਣੀ ਪੜ੍ਹਦੀਆਂ ਸੰਗਤਾਂ ਤੇ ਜਦੋਂ ਡਾਂਗਾਂ ਭਰਾਈਆਂ ਸੀ ਤੇਰੇ ਬਾਦਲ ਕਿਆਂ ਨੇ ਪ੍ਰਸ਼ਾਸਨ ਦੇ ਰਾਹੀਂ, ਜਦੋਂ ਸਾਡੇ 2 ਨੌਜਵਾਨ ਸ਼ਹੀਦ ਕੀਤੇ ਸੀਗੇ, ਉਦੋਂ ਤੁਸੀਂ ਕਿਹੜੀ ਖੁੱਡ 'ਚ ਬੜੇ ਹੋਏ ਸੀਗੇ? ਸੋ ਇਸ ਕਰਕੇ ਇਹਨਾਂ ਦਾ ਇਹ ਜਿਹੜਾ ਝੂਠ ਪ੍ਰਚਾਰ ਹੈ ਇਹ ਕਿਸੇ ਵੀ ਹੱਦ ਤੱਕ ਸੰਗਤਾਂ ਜਿਹੜਾ ਬਰਦਾਸ਼ਤ ਨਹੀਂ ਕਰਨਗੀਆਂ। ਮਾਝੀ ਸਾਹਿਬ ਕੀ ਲੱਗਦਾ ਜਦੋਂ ਸਥਾਪਨਾ ਹੋਈ ਐਸਜੀਪੀਸੀ ਦੀ, ਉਵੇਂ ਕਿਵੇਂ ਐਸਜੀਪੀਸੀ ਕਿਵੇਂ ਦੀ ਸੀ ਤੇ ਅੱਜ ਕਿਵੇਂ ਦੀ ਆ, ਕਿੰਨਾ ਕੁ ਫਰਕ ਆ? ਦੇਖੋ ਜੀ, ਸਾਡੇ ਜਿਹੜੇ ਆਗੂ ਸੀਗੇ ਸਰਦਾਰ ਕਰਤਾਰ ਸਿੰਘ ਝੱਬਰ ਹੋਣੀ, ਉਹ ਪੰਥ ਨੂੰ ਸਮਰਪਿਤ ਸੀ। ਤੇ ਇਹ ਜਿਹੜੇ ਅੱਜ ਜਿਹੜੇ ਕਾਬਜ ਨੇ ਇਹ ਹੈਗੇ ਨੇ ਪੰਥ ਵਿਰੋਧੀਆਂ ਨੂੰ ਸਮਰਪਿਤ। ਹੁਣ ਹਰਪ੍ਰੀਤ ਸਿੰਘ ਦੀ ਮੈਂ ਕਹਿਣਾ ਇਹ ਬਾਦਲ ਕਹਿੰਦੇ ਲਿਫਾਫੇ 'ਚੋਂ ਨਿਕਲਿਆ। ਪਹਿਲਾਂ ਚੰਗੇ ਬਿਆਨ ਦਿੰਦਾ ਸੀ ਤੇ ਬਹੁਤ ਸਾਰੇ ਸਾਡੇ ਬੁੱਧੀਜੀਵੀ ਬੜੇ ਪ੍ਰਭਾਵਿਤ ਹੋਏ। ਮੈਂ ਉਦੋਂ ਵੀ ਕਹਿੰਦਾ ਰਿਹਾ, ਉਹ ਮੈਂ ਕਿਹਾ ਤੁਸੀਂ ਵੇਖਿਓ ਆਂਡੇ ਕਿਤੇ ਤੇ ਕੁੜਕੁੜ ਕਿਤੇ। ਬਾਦਲ ਕੇ ਹਰਪ੍ਰੀਤ ਸਿੰਘ ਨੂੰ ਛੂਟ ਦੇ ਰਹੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿਓ ਤਾਂ ਜੋ ਅਸੀਂ ਦੁਬਾਰਾ ਫੇਰ ਪੰਥ ਵਿੱਚ ਅੱਪ ਹੋ ਜਾਈਏ। ਤੇ ਇਹ ਉਹ ਕੰਮ ਕਰ ਰਿਹਾ। ਪਰ ਹੁਣ ਉਹ ਸਾਰੀ ਜਿਹੜੀ ਬਿੱਲੀ ਹੈ ਥੈਲਿਓਂ ਬਾਹਰ ਆ ਗਈ। ਤੁਸੀਂ ਦੇਖੋ, ਸ਼ਰਮ ਆਉਣੀ ਚਾਹੀਦੀ ਹੈ ਨਾ ਲੋਕਾਂ ਨੂੰ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ। ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 328 ਸਰੂਪ ਹੈ ਕਿੱਥੇ? ਤੁਸੀਂ ਉਹਨਾਂ ਨੂੰ ਖੁਰਦ-ਬੁਰਦ ਕਰਤਾ, ਪਤਾ ਹੈ ਨਹੀਂ। ਕਹਿੰਦੇ ਸੰਗਤਾਂ ਕੋਲ ਚਲੇ ਗਏ। ਫਿਰ ਦੱਸ ਦਿਓ। ਹਰਪ੍ਰੀਤ ਸਿੰਘ ਬੜੇ ਉਹਦੇ ਨਾਲ ਕਹਿ ਰਿਹਾ ਕਿ ਅਸੀਂ ਕਿਵੇਂ ਹਿਸਾਬ ਰੱਖ ਸਕਦੇ ਹਾਂ, ਤੇ ਫਿਰ ਉੱਥੇ ਲੱਖਾਂ ਰੁਪਈਆਂ ਦੀਆਂ ਤਨਖਾਹਾਂ ਦਿੰਦੇ ਹੋ ਗੁਰੂ ਕੀ ਗੋਲਕ 'ਚੋਂ। ਉਹ ਕਾਹਦੇ ਵਾਸਤੇ ਦਿੱਤੀਆਂ? ਤੁਸੀਂ ਮਤਲਬ ਕਰ ਕੀ ਰਹੇ ਹੋ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਮਾੜਾ ਮੋਟਾ ਵੀ ਇਨਸਾਨੀਅਤ ਜਿੰਦਾ ਹੁੰਦੀ ਤਾਂ ਇਹ ਲੋਕ ਅਸਤੀਫੇ ਦੇ ਕੇ ਗੁਰਦੁਆਰਿਆਂ ਦਾ ਪ੍ਰਬੰਧ ਛੱਡ ਕੇ ਆਪਣੇ ਘਰਾਂ ਨੂੰ ਬੈਠ ਜਾਂਦੇ। ਸੋ ਇਹ ਮਤਲਬ ਟੋਟਲੀ ਨਿਘਾਰ ਆ ਗਿਆ। ਤੁਸੀਂ ਘਿਓ ਦੇ ਘੁਟਾਲੇ ਕਰੇ, ਦਾਲਾਂ ਖਾਧੀਆਂ, ਗੁਰਦੁਆਰਿਆਂ ਦੀਆਂ ਗੋਲਕਾਂ ਖਾਧੀਆਂ, ਨਿੱਜੀ ਪ੍ਰਾਪਰਟੀਆਂ ਨੂੰ ਵਰਤਿਆ। ਮੇਰੇ ਕੋਲ ਬਹੁਤ ਲੰਮੀ ਡਿਟੇਲ ਹੈ ਕਿਵੇਂ ਇਹਨਾਂ ਨੇ ਨਿੱਜੀ ਟਰਸਟ ਬਣਾ ਕੇ ਗੁਰੂ ਘਰ ਦੀ ਪ੍ਰਾਪਰਟੀ ਨੂੰ ਨਿੱਜੀ ਹਿੱਤਾਂ ਲਈ ਵਰਤਿਆ। ਪਰ ਉਹ ਅਸੀਂ ਸਭ ਕੁਝ ਚੱਲ ਰਿਹਾ। ਅਕਾਲੀ ਦਲ ਦਾ ਤੁਸੀਂ ਭੋਗ ਪਾਤਾ ਸਿਧਾਂਤਾਂ ਦਾ। ਹੁਣ ਇਹ ਅਕਾਲੀ ਕਹਿੰਦੇ ਆ। ਅਕਾਲੀ ਦਾ ਜਦੋਂ ਮੋਗੇ ਤੁਸੀਂ ਇਹਨੂੰ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਸੀਗਾ ਬਾਦਲ ਕਿਆਂ ਨੇ। ਇਹ ਤਾਂ ਬਾਦਲਾਂ ਦੇ ਟੱਬਰ ਦੀ ਪਾਰਟੀ ਹੈ, ਪੰਜਾਬੀਆਂ ਦੀ ਵੀ ਨਹੀਂ ਰਹੀ। ਮੈਂ ਤਾਂ ਕਹਿੰਦਾ ਇਹ ਉਹ ਸਾਰਾ ਇਹਨਾਂ ਨੇ ਸੱਤਿਆਨਾਸ਼ ਕੀਤਾ। ਅਕਾਲ ਤਖਤ ਸਾਹਿਬ ਦੀ ਤੋਹੀਨ ਕੀਤੀ। ਇਹ ਕਹਿੰਦਾ ਅਕਾਲ ਤਖਤ ਸਾਹਿਬ ਮਹਾਨ ਹੈ, ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਇੱਥੇ ਚੜ੍ਹ ਕੇ ਆਉਂਦੇ ਆ। ਕੌਣ ਆਇਆ ਜੀ ਚੜ੍ਹ ਕੇ? ਮੇਰੇ ਹਜ਼ਾਰਾਂ ਮਤਭੇਦ ਹੋ ਸਕਦੇ ਆ ਕਿਸੇ ਨਾਲ, ਪਰ ਭਾਵੇਂ ਸਤਿਕਾਰ ਕਮੇਟੀ ਵਾਲੇ ਵੀਰ ਸੀ, ਭਾਵੇਂ ਸਾਡੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਉੱਥੇ ਜਾ ਕੇ ਸਤਿਨਾਮ ਵਾਹਿਗੁਰੂ ਦਾ ਪਾਠ ਕੀਤਾ, ਗੁਰਬਾਣੀ ਦਾ ਪਾਠ ਕੀਤਾ, ਜਾਪ ਕੀਤਾ। ਐਦਾਂ ਮਤਲਬ ਇਹ ਕਹਿੰਦਾ ਜੇ ਕੋਈ ਹੋਣਾ ਆਵੇ ਨਾ ਸਾਡੇ ਵੱਲ ਨੂੰ ਤੇ ਲੋਕਾਂ ਨੂੰ ਕਹਿੰਦਾ ਡਾਂਗਾਂ ਖਿੱਚ ਲਿਓ। ਹਰਪ੍ਰੀਤ ਸਿੰਘ, ਮੈਂ ਤੈਨੂੰ ਕਹਿਣਾ ਕਿ ਤੂੰ ਨਾ ਹੁਣ ਇਹ ਕਰ, ਆਪਣੇ ਡਾਂਗਾਂ ਵਾਲਿਆਂ ਨੂੰ ਬੁਲਾ ਕੇ ਰੱਖੀ। ਅਸੀਂ ਤੁਹਾਡੀਆਂ ਸਾਰੀਆਂ ਕਰਤੂਤਾਂ ਲੈ ਕੇ ਪ੍ਰੂਫ
ਕਿ ਕਿਵੇਂ ਤੁਹਾਡੇ ਜਥੇਦਾਰਾਂ ਦੇ ਹਸਤਾਖਰਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਸਾਡੇ ਇਲਾਕੇ 'ਚੋਂ ਚੱਕੇ ਗਏ ਨੇ। ਅਸੀਂ ਉਹ ਸਾਰਾ ਡਾਟਾ ਆ ਕੇ ਇੱਕ ਦਿਨ ਸੰਗਤ 'ਚ ਵੰਡਾਂਗੇ ਉੱਥੇ ਅੰਮ੍ਰਿਤਸਰ, ਤੇ ਤੁਸੀਂ ਡੰਗ ਵਾਲਿਆਂ ਨੂੰ ਜ਼ਰੂਰ ਬੁਲਾ ਕੇ ਰੱਖਿਓ। ਅਸੀਂ ਡੇਟ ਦੱਸ ਕੇ ਆਵਾਂਗੇ, ਤੇ ਤੁਹਾਡੀ ਜਿਹੜੀ ਬਦਮਾਸ਼ੀ ਹੈ ਇਸ ਤਰ੍ਹਾਂ ਅਸੀਂ ਸਹਿਣ ਨਹੀਂ ਕਰਾਂਗੇ। ਮਾਝੀ ਸਾਹਿਬ ਦਰਦਾ ਸਿੱਖਾਂ ਨੂੰ ਦਰਦਾ ਕਿ 328 ਸਰੂਪ ਕਿੱਥੇ ਗਏ, ਧਰਨੇ ਲੱਗ ਰਹੇ ਨੇ, ਉੱਥੇ ਟਾਸਕ ਫੋਰਸ SGPC ਦੀ ਹਮਲਾ ਕਰਦੀ ਹੈ, ਕੀ ਕਹੋਗੇ? ਦੇਖੋ ਜੀ, ਇਹ ਟਾਸਕ ਫੋਰਸ ਨੂੰ ਇਸ ਤਰ੍ਹਾਂ ਇਹ ਵਰਤਦੇ ਨੇ, ਮਤਲਬ ਉੱਥੇ ਇਹ ਸ਼ਰੇਆਮ ਬਦਮਾਸ਼ੀ ਕਰਦੇ ਨੇ। ਉਹ ਧਰਤੀ ਹੈ ਦਰਬਾਰ ਸਾਹਿਬ, ਸਾਨੂੰ ਇਸ ਗੱਲ ਦਾ ਅਹਿਸਾਸ ਹੈ। ਉੱਥੇ ਤਾਂ ਕਦਮ ਵੀ ਬਹੁਤ ਸੰਭਲ ਕੇ ਧਰਨਾ ਚਾਹੀਦਾ, ਕਿਉਂਕਿ ਜਿਸ ਸਲੈਬ ਦੇ ਉੱਤੇ ਅਸੀਂ ਪੈਰ ਧਰਦੇ ਹਾਂ ਉੱਥੇ ਸੈਂਕੜੇ ਸੀਸ ਲੱਗੇ ਹੈ। ਸੋ ਇਹ ਮਤਲਬ ਸਾਡੇ ਪਾਕਿਸਤਾਨ ਨੇ, ਉਹ ਅਕਾਲ ਤਖਤ ਮਹਾਨ ਹੈ, ਬਾਦਲ ਦੇ ਜਥੇਦਾਰਾਂ ਨੇ ਰੋਲੀ ਇਹਦੀ ਸ਼ਾਨ ਹੈ। ਇਹ ਉਹਨਾਂ ਦੇ ਲਿਫਾਫਿਆਂ 'ਚੋਂ ਨਿਕਲ ਕੇ ਸਾਰਾ ਕੁਝ ਉਹ ਕਰਦੇ ਆ ਜੋ ਬਾਦਲ ਕਹਿੰਦਾ। ਹੁਣ ਬਿਨਾਂ ਮਤਲਬ ਦੀਆਂ ਇਹ ਗੱਲਾਂ ਕਰਦੇ ਨੇ। ਔਰ ਜੇ ਇਮਾਨਦਾਰੀ ਹੁੰਦੀ, ਉਹਨਾਂ ਤੇ ਫੌਜਦਾਰੀ ਮੁਕੱਦਮੇ ਕਿਉਂ ਨਹੀਂ ਕਰ ਰਹੇ? ਜਿਹੜੇ ਦੋਸ਼ੀ ਨੇ, ਕਹਿੰਦਾ ਅਧਿਕਾਰੀਆਂ ਨੂੰ ਫਿਰ ਤੁਸੀਂ ਇਕੱਲਾ ਕੜਾਹ ਪ੍ਰਸ਼ਾਦ ਕਰਵਾ ਕੇ ਮੋੜ ਦਿਓਗੇ? ਉਹਨਾਂ ਤੇ ਕਾਰਵਾਈ ਕਰਵਾਓ, ਫੌਜਦਾਰੀ ਮੁਕੱਦਮੇ ਕਰਾਓ, ਤੇ ਪਤਾ ਲੱਗੇ ਫਿਰ। ਉਹ ਇਹਨਾਂ ਨੂੰ ਪਤਾ, ਉਹਨਾਂ ਦੇ ਨਾਂ ਲੈਣਗੇ ਉੱਚ ਅਧਿਕਾਰੀਆਂ ਦੇ, ਕਿ ਉੱਥੇ ਲੌਂਗੋਵਾਲ ਵਾਲੇ ਗਦਾਰ ਸਾਰੇ ਡੋਗਰੇ ਜਿਹੜੇ ਅੱਜ ਦੇ ਹੈਗੇ ਨੇ, ਸੁਖਬੀਰ ਹੋਰੀ, ਸਾਰਾ ਇਹਨਾਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਉੱਥੇ ਚੱਲਦਾ ਹੈ। ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਸਥਾਨ ਹੈ, ਉੱਥੇ ਤਾਂ ਹਰ ਸਿਮਰਤ ਦਾ ਹੀ ਪਾਠ ਚੱਲਦਾ ਹੈ, ਅਖੰਡ ਪਾਠ ਸਾਹਿਬ। ਹੋਰ ਕੋਈ ਸਿੱਖ ਪਾਠ ਵੀ ਨਹੀਂ ਉੱਥੇ ਕਰਵਾ ਸਕਦਾ। ਸੋ ਇਸ ਤਰ੍ਹਾਂ ਇਹ ਕਬਜ਼ਾ ਕਰਕੇ ਬੈਠੇ ਨੇ ਜੀ। ਬਾਕੀ ਅਕਾਲ ਤਖਤ ਦੀ ਤੋਹੀਨ ਤਾਂ ਬਹੁਤ ਲੰਮੀ ਹਿਸਟਰੀ ਹੈ ਇਹਨਾਂ ਦੀ। ਇਹਨਾਂ ਨੇ ਬਿਨਾਂ ਮੰਗਿਆ ਮਾਫੀ ਦਿੱਤੀ। ਹਰਪ੍ਰੀਤ ਸਿੰਘ, ਉਹ ਜਿਹੜਾ 91 ਲੱਖ ਰੁਪਈਆ ਤੁਸੀਂ ਜਿਹੜਾ ਗਲਤ ਹੁਕਮਨਾਮਾ ਜਥੇਦਾਰਾਂ ਨੇ ਦਿੱਤਾ, ਫਿਰ ਸੰਗਤ ਨੇ ਨਕਾਰਿਆ। ਉਹ ਹੁਕਮਨਾਮੇ ਨੂੰ ਮੰਨਣਾ ਚਾਹੀਦਾ। ਇਸ ਗੱਲ ਨੂੰ ਪ੍ਰਚਾਰਨ ਲਈ 91 ਲੱਖ ਰੁਪਈਆ ਜਿਹੜਾ ਦਿੱਤਾ ਸੀਗਾ ਅਖਬਾਰਾਂ ਨੂੰ, ਪ੍ਰੈਸ ਨੂੰ, ਉਹ ਹੁਣ ਹਰਪ੍ਰੀਤ ਸਿੰਘ ਜੀ ਉਹ ਸੁਖਵੀਰ ਤੋਂ ਵਾਪਸ ਕਰਾਓਗੇ ਜਾਂ ਤੁਸੀਂ ਭਰੋਗੇ? ਕੌਣ ਭਰੂਗਾ? ਉਹ ਤਾਂ ਅਸੀਂ ਸਵਾਲ ਜਿਉਂਦੇ ਜੀ ਪੁੱਛਦੇ ਰਹਾਂਗੇ ਤੁਹਾਡੇ ਤੋਂ ਸਾਰੇ ਸਵਾਲ। ਤੁਸੀਂ ਕਹਿੰਦੇ ਹੋ ਡਾਂਗਾ ਨਾਲ ਸਾਨੂੰ ਡਰਾਉਂਦੇ ਹੋ। ਓਏ ਇਹ ਉਹ ਕੌਮ ਹੈ, ਇੱਥੇ ਤਾਂ ਵੱਡੇ ਵੱਡੇ ਆਏ ਨੇ। ਇਹ ਅਬਦਾਲੀਆਂ ਤੋਂ ਨਹੀਂ ਠੀਕ ਆਈ, ਜਿਹੜੇ ਮਤਲਬ ਕਹਿੰਦੇ ਕਹਾਉਂਦੇ ਸੀ। ਇਹ ਅਸੀਂ ਤਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ ਹਾਂ। 1.25 ਲੱਖ ਸੇ ਇੱਕ ਲੜਾਉਣ ਵਾਲੀ ਸਪਿਰਿਟ ਗੁਰੂ ਨੇ ਭਰੀ ਹੈ। ਤੇ ਤੁਸੀਂ ਕਿਹੜੇ ਅਹੁਦੇ 'ਤੇ ਹੋ? ਕਿੰਨੇ ਨੀਵੇਂ ਪੱਧਰ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ। ਸੋ ਇਹ ਮਤਲਬ ਸਿਰਫ ਜਥੇਦਾਰੀ ਲਈ, ਆਹ ਜਥੇਦਾਰੀ ਜਿਹਦੀ ਕੋਈ ਵੈਲਿਊ ਨਹੀਂ ਹੈ ਅੱਜ। ਅਕਾਲ ਤਖਤ ਸਾਹਿਬ ਮਹਾਨ ਹੈ, ਮਹਾਨ ਰਹੂਗਾ, ਪਰ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਅਕਾਲ ਤਖਤ ਸਾਹਿਬ ਦੇ ਨਾਂ ਹੇਠ, ਸ਼੍ਰੋਮਣੀ ਕਮੇਟੀ ਨੇ ਹਿੰਦੀ ਦੇ ਵਿੱਚ ਇੱਕ ਕੀ ਇਹਨਾਂ ਦੀਆਂ ਇੰਨੀਆਂ ਕਰਤੂਤਾਂ ਨੇ, ਮੇਰੇ ਕੋਲ ਤਾਂ ਸਾਰੇ ਚਿੱਠੇ ਸਾਂਭੇ ਪਏ ਆ। ਹਿੰਦੀ ਦੇ ਵਿੱਚ ਪੁਸਤਕ ਛਪਾਈ, ਇੱਕ ਗੁਰੂ ਪਾਤਸ਼ਾਹ ਲਈ ਅਪਮਾਨਜਨਕ ਸ਼ਬਦ ਲਿਖੇ ਗਏ। ਉਦੋਂ ਤੁਹਾਡੇ ਹਰਪ੍ਰੀਤ ਸਿੰਘ ਤੇਰੇ ਡਾਂਗਾ ਵਾਲਿਆਂ ਨੂੰ ਬੁਲਾ ਨਾ, ਉਹਨਾਂ ਤੇ ਕਾਰਵਾਈ ਕਰਵਾ। ਜਿਹੜਾ ਗੁਰਮਤਿ ਪ੍ਰਕਾਸ਼ ਛਪਿਆ ਸੀਗਾ, ਜਿੱਥੇ ਸਾਹਿਬਜ਼ਾਦਿਆਂ ਦੀ ਫੋਟੋਆਂ ਬਣਾ ਕੇ ਉੱਤੇ ਟੋਪੀਆਂ ਪਵਾਈਆਂ ਸੀ ਬਾਬਾ ਫਤਿਹ ਸਿੰਘ ਹੋਰਾਂ ਦੇ, ਸਾਡੇ ਉਹ ਮਹਾਨ ਸ਼ਹੀਦਾਂ ਦੇ, ਉਹ ਟੋਪੀਆਂ ਪਵਾਉਣ ਵਾਲਿਆਂ ਤੇ ਡਾਂਗਾ ਵਾਲੇ ਕਿੱਦਾਂ ਲੈ ਕੇ ਆਵੇਂਗਾ ਤੂੰ? ਜਿਹੜੇ ਸਿੱਖ ਸਵਾਲ ਕਰਦੇ ਆ, ਤੁਸੀਂ ਡਾਂਗਾ ਚੱਕ ਲਿਓ, ਬਹੀਰਾਂ ਘੱਤ ਦਿਓ, ਤੇ ਮਤਲਬ ਤੁਸੀਂ ਕਰ ਕੀ ਰਹੇ ਹੋ? ਤੁਸੀਂ ਇਹ ਬਿਲਕੁਲ ਹੰਕਾਰੇ ਹੋਏ ਨੇ। ਇਹਨਾਂ ਦੀ ਕਹਾਣੀ ਖਤਮ ਹੋ ਚੁੱਕੀ ਹੈ ਪੰਥ ਵਿੱਚੋਂ। ਇਸ ਲਈ ਇਹ ਇਹੋ ਜਿਹੇ ਨੀਵੇਂ ਪੱਧਰ ਦੀਆਂ ਹਰਕਤਾਂ ਕਰਦੇ ਆ। ਔਰ ਇਹ ਉੱਥੇ ਹੋਣਾ ਪਤਾ ਕੀ ਚਾਹੀਦਾ ਸੀ? ਸ਼੍ਰੋਮਣੀ ਕਮੇਟੀ ਦਾ ਸਿਸਟਮ ਸੀ, ਕਿਸਾਨੀ ਦੀ ਗੱਲ ਕਰੋ। ਸਾਡਾ ਸਭ ਤੋਂ ਪਹਿਲਾ ਗੁਰੂ ਨਾਨਕ ਸਾਹਿਬ ਕਿਸਾਨ ਹੈ। ਉੱਥੇ ਗੱਲ ਕਰੋ ਹੈਲਥ ਦੀ, ਉੱਥੇ ਗੱਲ ਕਰੋ ਐਜੂਕੇਸ਼ਨ ਦੀ। ਸਿੱਖਾਂ ਦੇ ਜਵਾਕ, ਸਿੱਖ ਇੰਨੀ ਆਰਥਿਕ ਤੌਰ ਤੇ ਪਰੇਸ਼ਾਨੀ 'ਚ ਨੇ, ਆਪਣੇ ਬੱਚੇ ਨਹੀਂ ਚੱਜ ਦੇ ਸਕੂਲਾਂ 'ਚ ਪੜ੍ਹਾ ਸਕਦੇ। ਜਿਨ੍ਹਾਂ ਦਾ ਗੁਰੂ ਸ਼ਬਦ ਹੈ, ਉਹਨਾਂ ਦੇ ਬੱਚੇ ਸ਼ਬਦ ਤੋਂ ਟੁੱਟ ਰਹੇ ਨੇ। ਇੱਥੇ ਪੰਜਾਬ ਦੇ ਵਿੱਚ ਡੇਰਾਵਾਦ ਹੈ, ਪੰਜਾਬ ਦੇ ਵਿੱਚ ਈਸਾਈਅਤ ਆਪਣਾ ਪੈਰ ਫਸਾਰ ਲਈ ਹੈ। ਡੇਰੇ ਕਿੰਨੇ ਵੱਧ ਗਏ ਸਾਡੀਆਂ ਕਮੀਆਂ ਕਰਕੇ। ਮਾਝੀ ਸਾਹਿਬ ਡੇਰੇ ਬਹੁਤ ਵਧੇ ਨੇ। ਹੋਰ ਵੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂ ਵਧੇ ਨੇ? ਤੁਸੀਂ SGPC ਨੂੰ ਦੋਸ਼ੀ ਕਰਾਰ ਦਿੰਦੇ ਹੋ? ਇਹਦਾ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਜੀ। ਜਦੋਂ ਡੇਰੇਦਾਰਾਂ ਨੂੰ SGPC ਦੇ ਪ੍ਰਧਾਨ ਮਤਲਬ ਇਹ ਉਹਨਾਂ ਦੇ ਹੱਕ 'ਚ ਭੁਗਤਦੇ ਆ। ਤੁਸੀਂ ਦੇਖੋ ਸੌਦਾ ਸਾਧ ਦੇ ਗੜ੍ਹ ਦੇ ਵਿੱਚ ਅਸੀਂ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਾਂ। ਉੱਥੇ ਲੋਕ ਲੋਕਟ ਲਾ ਕੇ ਸਿੱਟਦੇ ਆ। ਮੈਂ ਨਹੀਂ ਕਹਿੰਦਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦਾ ਪੂਰਾ ਜ਼ੋਰ ਲੱਗ ਜਾਂਦਾ ਬਾਦਲਕਿਆਂ ਦਾ। ਇਹਨਾਂ ਦੇ ਜਿਹੜੇ ਚਮਚੇ ਨੇ ਉਹਨਾਂ ਨੂੰ ਜ਼ੋਰ ਲਾਉਂਦੇ ਆ ਸਾਡੇ ਦੀਵਾਨ ਰੋਕਣ ਦਾ, ਕਦੇ ਪ੍ਰਸ਼ਾਸਨ ਤੋਂ ਧਮਕੀਆਂ ਦਿਵਾਉਂਦੇ ਆ। ਉਹ ਸਾਰਾ ਕੁਝ ਵਿਦ ਪ੍ਰੂਫ ਮੈਂ ਕਹਿ ਰਿਹਾ। ਤਾਂ ਇਹ ਸੌਦਾ ਸਾਧ ਨੂੰ ਇਹਨਾਂ ਦਾ ਕੀ ਲੱਗਦਾ ਜੀ? ਸੌਦਾ ਸਾਧ ਉਹਦੀ ਫਿਲਮ ਨੂੰ ਮੈਨੂੰ ਪੂਰੇ ਵਰਲਡ 'ਚ ਦੱਸੋ ਕਿਸੇ ਦੀ ਪਿਕਚਰ ਨੂੰ ਸਿਕਿਉਰਿਟੀ ਮਿਲੀ ਆ? ਉਹ ਪੰਜਾਬ ਵਿੱਚ ਮਿਲੀ ਆ, ਗੁਰੂਆਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ। ਇੱਥੇ ਸੌਦਾ ਸਾਧ ਦੀ ਫਿਲਮ ਨੂੰ ਦੇ ਪੋਸਟਰਾਂ ਨੂੰ ਸਿਕਿਉਰਿਟੀ ਦਿੱਤੀ, ਤੇ ਸਾਡੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਕ ਖਿਲਾਰਿਆ ਦੁਸ਼ਟਾਂ ਨੇ। ਤੇ ਇਹ ਅਕਾਲੀ ਹੁੰਦੇ ਆ?
ਕੀ ਅਕਾਲੀਆਂ ਦਾ ਇਹ ਕਿਰਦਾਰ ਹੈ? ਇਹ ਤਾਂ ਅਕਾਲੀ ਸ਼ਬਦ ਦੀ ਤੋਹੀਨ ਕਰ ਰਹੇ ਨੇ, ਬੇਅਦਬੀ ਕਰ ਰਹੇ ਨੇ ਔਰ ਬਹੁਤ ਵੱਡੇ ਪੰਥ ਦੇ ਦੋਖੀ ਨੇ। ਤੇ ਜੇ ਮਾੜੀ ਮੋਟੀ ਵੀ ਜ਼ੁਰਤ ਹੁੰਦੀ, ਤੂੰ ਇਹ ਕਹਿੰਦਾ ਰਿਹਾ ਹਰਪ੍ਰੀਤ ਸਿੰਘ ਕਿ ਕੌਮ ਮੇਰੇ ਨਾਲ ਖੜ ਜੇ, ਜਥੇਦਾਰ 18ਵੀਂ ਸਦੀ ਵਾਲਾ ਰੋਲ ਨਿਭਾ ਸਕਦਾ। ਮੈਂ ਤਾਂ ਉਹਨਾਂ ਦਿਨਾਂ 'ਚ ਵੀ ਕਿਹਾ ਸੀ ਵੀ ਤੂੰ ਮਾੜਾ ਜਿਹਾ ਜ਼ੁਰਤ ਦਿਖਾ ਨਾ, ਉਧਰ ਬਾਦਲਾਂ ਕਣੀ ਤਾਂ ਤੇਰਾ ਮੂੰਹ ਨਹੀਂ ਹੁੰਦਾ ਹੈ। ਤੂੰ ਜਿਹੜਾ ਫਖਰੇ ਕੌਮ ਨੂੰ ਦਿੱਤਾ ਹੈ, ਜਿਹੜਾ ਪੰਥ ਰਤਨ, ਉਹ ਵਾਪਸ ਲੈ ਇਹਨਾਂ ਤੋਂ, ਗਦਾਰਾਂ ਤੋਂ। ਬਾਬਾ ਬੂਝਾ ਸਿੰਘ ਤੋਂ ਲੈ ਕੇ ਰਾਮਕਰਨ ਸਿੰਘ ਤੱਕ ਕਿੰਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਜਿਨ੍ਹਾਂ ਦਾ ਤੂੰ ਚਹੇਤਾ ਬਣ ਕੇ ਬੈਠਾ। ਸੋ ਇਸ ਲਈ ਜਿਹੜੀ ਗੱਲ ਇਹਨੇ ਕਹੀ ਹੈ ਵੀ ਸਿੱਖ ਸਿੰਘ ਵਿਰਤੀ ਰੱਖੇ, ਸ਼ੇਰ ਵਿਰਤੀ ਰੱਖੇ, ਕੁੱਕਰ ਵਿਰਤੀ ਨਾ ਰੱਖੇ, ਵੀ ਡੰਡਾ ਜਿਹੜਾ ਮਾਰਦਾ ਉਹਦੇ ਵੱਲ ਧਿਆਨ ਰੱਖੋ, ਡੰਡੇ 'ਚ ਨਾ ਉਲਝੋ। ਹਰਪ੍ਰੀਤ ਸਿੰਘ, ਅਸੀਂ ਤੇਰੇ 'ਚ ਨਹੀਂ ਉਲਝਣਾ ਚਾਹੁੰਦੇ। ਮਸਲਾ ਤੂੰ ਹੁਣ ਖੜਾ ਕੀਤਾ ਨਾ, ਸੁਖਬੀਰ ਦੀ ਬੋਲੀ ਬੋਲਦਾ ਤੂੰ ਅੱਜ। ਹੁਣ EVM ਕਿਵੇਂ ਯਾਦ ਆ ਗਈ? ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਦੇ ਵਿਰੁੱਧ ਹੋਈ ਸ਼੍ਰੋਮਣੀ ਅਕਾਲੀ ਦਲ ਤਾਂ ਬਿਆਨ ਦਿੱਤਾ, ਇਹ ਪਹਿਲਾਂ ਕਦੇ ਦਿੱਤਾ ਨਹੀਂ? ਇਹਨੂੰ ਮੈਂ ਇਹ ਪੁੱਛਦਾ, ਜੇ EVM ਦੇ ਵਿੱਚ ਪ੍ਰੋਬਲਮ ਹੈ, ਹੋ ਸਕਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਜਿਹੜੀ ਹਰਸਿਮਰਤ ਜਿਨ੍ਹਾਂ ਦੇ ਤੁਸੀਂ ਤਲਵੇ ਚੱਟਦੇ ਹੋ, ਸੁਖਬੀਰ, ਉਹ ਬਿਨਾਂ EVM ਤੋਂ ਆ ਗਏ। ਉਹ ਜਿੱਥੋਂ MP ਬਣੇ ਨੇ ਉੱਥੇ ਬੈਲਟ ਪੇਪਰਾਂ ਨਾਲ ਵੋਟ ਹੋਈ ਹੈ, ਉਹ ਵੀ ਤਾਂ EVM 'ਚੋਂ ਨਿਕਲੇ ਹੈ। ਹੁਣ ਤੁਹਾਨੂੰ EVM ਵਾਲਾ ਇਸ਼ੂ ਬਣਾ ਲਿਆ। ਇਹ ਤੁਹਾਡਾ ਵਿਸ਼ਾ ਹੈ, ਤੁਹਾਡਾ ਇਹ ਦਾਇਰੇ 'ਚ ਆਉਂਦੀ ਹੈ ਗੱਲ? ਜਾਂ ਤਾਂ ਤੁਸੀਂ ਤੁਹਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਦਵਾਓ ਅਸਤੀਫੇ, ਇਹ ਅਸੀਂ EVM ਦਾ ਡਟ ਕੇ ਵਿਰੋਧ ਕਰਦੇ ਹਾਂ, ਆਹ ਸਾਡੇ ਬੰਦਿਆਂ ਦੇ ਅਸਤੀਫੇ ਚੱਕੋ ਜੀ। ਤੇ ਉਹੀ ਗੱਲਾਂ ਬਾਤਾਂ ਬਸ ਸਾਰਦੇ ਆ, ਬੁੱਤਾ ਸਾਰਨ ਵਾਲਾ ਕੰਮ ਕਰਦੇ ਆ। ਇਹਨਾਂ ਦਾ ਬਹੁਤ ਮਤਲਬ ਕਹਿ ਲਓ, ਇਹ ਹਰਪ੍ਰੀਤ ਸਿੰਘ ਜਿਹੜਾ ਹੈਗਾ, ਇਹ ਬਿਲਕੁਲ ਵਿਦ ਪਲੈਨਿੰਗ ਦੇ ਨਾਲ ਇਹ ਪਿੱਛੇ ਗਰਮ ਬਿਆਨ ਦਿੰਦਾ ਰਿਹਾ ਤਾਂ ਜੋ ਸਿੱਖਾਂ 'ਚ ਇਮੇਜ ਮੇਰੀ ਬਣੇ, ਇਸ ਤਰ੍ਹਾਂ ਦੀ ਬਣੇ ਦਿੱਖ, ਕੌਮ ਦੀਆਂ ਭਾਵਨਾਵਾਂ ਦੀ ਮੈਂ ਤਰਜਮਾਨੀ ਕਰਦਾ, ਇਹ ਕਰਦਾ, ਪਰ ਇਹ ਬਹੁਤ ਨੁਕਸਾਨ ਕਰਨਗੇ ਸਿੱਖੀ ਦਾ। ਔਰ ਜਿਹੜਾ ਇਹ ਮਤਲਬ ਕਹਿ ਰਿਹਾ ਵੀ ਅਸੀਂ ਡਾਂਗਾਂ ਵਾਲੇ ਬੁਲਾ ਲਾਂਗੇ, ਉਹ ਸ਼ਰਮ ਕਰੋ ਯਾਰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਸਲਾ ਹੈ। ਹੁਣ ਕਹਿੰਦਾ ਵੀ ਹਿੰਦੂ ਨਹੀਂ ਵੇਖਦੇ, ਇਹਨੂੰ ਹਿੰਦੂ ਵੀ ਵੇਖਦੇ ਆ ਜਦੋਂ ਤੁਸੀਂ ਕਿਰਪਾਨਾਂ ਲਹਿਰਾਉਂਦੇ ਹੋ, ਤੇ ਮੁਸਲਮਾਨ ਵੀ ਵੇਖਦੇ ਆ। ਤੇ ਜਿਹੜਾ ਤੁਸੀਂ ਗੋਲਕਾਂ ਦੇ ਘੁਟਾਲੇ ਕਰਦੇ ਹੋ, ਉਹ ਇਕੱਲੇ ਸਿੱਖ ਹੀ ਵੇਖਦੇ ਆ? ਪੁੱਛਣ ਵਾਲਾ ਚਾਹੀਦਾ ਇਹਨਾਂ ਨੂੰ ਕੋਈ। ਜਿਹੜੇ ਤੁਸੀਂ ਮਤਲਬ ਹਮੇਸ਼ਾ ਪੰਥ ਦੋਖੀਆਂ ਦੇ ਤੁਹਾਡੇ ਜਿਹੜੇ, ਜਦੋਂ ਬਾਦਲ ਕਾ ਟੱਬਰ ਜਾ ਕੇ ਨੂਰ ਮੇਲੀਏ ਦੇ ਗਿੱਟਿਆਂ 'ਚ ਬਹਿੰਦਾ, ਉਹਨੂੰ ਇਕੱਲੇ ਸਿੱਖ ਵੇਖਦੇ ਆ? ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ। ਸੋ ਇਹ ਜੀ, ਇਹ ਪੂਰਾ ਇਹਨਾਂ ਨੇ ਸਾਡਾ ਸਤਿਆਨਾਸ਼ ਕੀਤਾ। ਇਹਨਾਂ ਦੇ ਵੱਡੇ ਵੱਡੇ ਘੁਟਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ, ਜਿੱਥੇ ਇਹਨਾਂ ਨੂੰ ਸ਼ਰਮਸ਼ਾਰ ਹੋਣਾ ਚਾਹੀਦਾ, ਉੱਤੋਂ ਇਹ ਆਕੜ ਦਿਖਾ ਰਹੇ ਆ। ਇਹ ਆਕੜ ਇਹਨਾਂ ਦੀ ਕੌਮ ਨੇ ਬਹੁਤਾ ਚਿਰ ਚੱਲਣ ਨਹੀਂ ਦੇਣੀ ਹੈ। ਤੁਹਾਨੂੰ ਕੀ ਲੱਗਦਾ SGPC ਨੂੰ ਕਿਹੜੇ ਰਸਤੇ ਤੇ ਚੱਲਣਾ ਚਾਹੀਦਾ? ਕਿਵੇਂ ਦੇ ਕਦਮ ਚੱਕਣੇ ਚਾਹੀਦੇ ਨੇ ਜੋ ਕਿ ਸਿੱਖੀ ਦਾ ਪ੍ਰਚਾਰ ਵੱਧ ਸਕੇ, ਸਿੱਖਾਂ ਦੀ ਗਿਣਤੀ ਵੱਧ ਸਕੇ? ਕਿਵੇਂ ਦਾ ਮਤਲਬ ਕਦਮ ਚੱਕਣੇ? SGPC ਵਾਲੇ, ਜੇ ਇਹਨਾਂ 'ਚ ਇਮਾਨਦਾਰੀ ਹੋਵੇ, ਪਹਿਲਾਂ ਤਾਂ ਗੋਬਿੰਦ ਸਿੰਘ ਲੌਂਗੋਵਾਲ ਵਰਗੇ ਜਿਹੜੇ ਸੌਦਾ ਸਾਧ ਦੇ ਚੇਲੇ ਨੇ, ਮੇਰੇ ਕੋਲ ਤਾਂ ਇਕੱਲੇ ਪ੍ਰੂਫ ਹੈ, ਇਹਨਾਂ ਦਾ ਸਾਰਿਆਂ ਦਾ ਇੱਥੋਂ ਫਾਹਾ ਵੱਢੀਏ ਕੌਮ। ਇਹਨਾਂ ਨੇ ਨਹੀਂ ਕੁਛ ਕਰਨਾ ਜੀ, ਬਾਦਲਕਿਆਂ ਨੇ। ਬਾਦਲਕਿਆਂ ਤੋਂ ਭਲੇ ਦੀ ਆਸ ਰੱਖਣੀ ਬਹੁਤ ਵੱਡੀ ਮੂਰਖਤਾ ਹੈ। ਇਹ ਤਾਂ ਸਾਰੀ ਕੌਮ ਇਕੱਠੇ ਹੋ ਕੇ ਇਹਨਾਂ ਨੂੰ, ਗੁਰਧਾਮਾਂ ਨੂੰ ਬਾਦਲ ਮੁਕਤ ਕਰੀਏ ਪਹਿਲਾਂ, ਫਿਰ ਇੱਥੇ ਸਿੱਖੀ ਦੀ ਗੱਲ, ਗੁਰਬਾਣੀ ਦੀ ਗੱਲ, ਗੁਰਬਾਣੀ ਦੀਆਂ ਸੰਥਿਆ ਦੀਆਂ ਕਲਾਸਾਂ ਗੁਰਦੁਆਰਿਆਂ 'ਚ ਲੱਗਣ, ਕਿਸਾਨੀ ਦੇ ਹੱਕ ਵਿੱਚ ਗੱਲ ਚੱਲੇ, ਸਾਡੀ ਹੈਲਥ ਦਾ ਸਿਸਟਮ ਐਡਾ ਵੱਡਾ ਹੋਵੇ ਰਿਹਾ ਬਈ ਜਦੋਂ ਕਿਤੋਂ ਇਲਾਜ ਨਹੀਂ ਹੋਇਆ ਸ਼ਾਹਜਹਾਨ ਦੇ ਪੁੱਤ ਦਾਰਾ ਸ਼ਕੋਹ ਦਾ, ਤਾਂ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਦਵਾਖਾਨੇ 'ਚ ਹੋਇਆ ਸੀ। ਸਾਡਾ ਗੁਰੂ ਰਾਮਦਾਸ ਮਹਾਰਾਜ ਦਾ ਹਸਪਤਾਲ, ਮੈਂ ਨਹੀਂ ਕਹਿੰਦਾ, ਮਜੀਠੀਏ ਦਾ OSD ਬਿਆਨ ਦੇ ਚੁੱਕਿਆ ਕਿ ਉੱਥੇ ਕਿੱਡੀ ਵੱਡੇ ਪੱਧਰ ਤੇ ਕਰਪਸ਼ਨ ਚੱਲਦੀ ਹੈ। ਤਾਂ ਗੁਰੂ ਰਾਮਦਾਸ ਹਸਪੀਟਲ ਇਸ ਪੱਧਰ ਦਾ ਹੋਵੇ ਕਿ ਦੁਨੀਆ ਦਾ ਅਗਲਾ ਕਹੇ ਵੀ ਇਹ ਵਰਲਡ ਦੇ ਹਸਪੀਟਲਾਂ ਦੇ ਵਿੱਚ ਉਹਦਾ ਨਾਂ ਆਵੇ। ਮਾਝੀ ਸਾਹਿਬ, ਮੈਂ ਤੁਹਾਡੀ ਗੱਲ ਕੱਢਦਾ ਤੇ ਇਹ ਕਹਿਣਾ ਵੀ ਜਿਵੇਂ ਦੀ, ਚਲੋ ਸਿੱਖਿਆ ਦੀ ਗੱਲ ਕਰਦੇ ਹਾਂ ਆਪਾਂ, ਹੈਲਥ ਦੀ ਗੱਲ ਕਰਦੇ ਹਾਂ, ਤੁਹਾਨੂੰ ਨਹੀਂ ਲੱਗਦਾ ਜਿਵੇਂ SGPC ਦਾ ਬਜਟ ਆ ਵੀ ਸਕੂਲ ਐਵੇਂ ਦੇ ਹੋਣ ਜਿੱਥੇ ਵੱਡੇ ਪੱਧਰ ਤੇ, ਮਤਲਬ ਜਿੰਨਾ ਬਜਟ ਆ ਬਹੁਤ ਕੁਝ ਹੋ ਸਕਦਾ, ਵੀ ਉਹ ਤੋਂ ਬਹੁਤ ਪਿੱਛੇ ਆ, ਕੁਝ ਕਰ ਨਹੀਂ ਰਹੇ, ਜੋ ਪੈਸਾ ਉਹਦਾ ਉਹ ਨਜਾਇਜ਼ ਵਰਤਿਆ ਜਾ ਰਿਹਾ, ਕੀ ਕਹੋਗੇ? ਬਿਲਕੁਲ ਜੀ, ਮੈਂ ਸਿੱਖਿਆ ਤੇ ਵੀ ਆਉਣ ਲੱਗਿਆ ਸੀ। ਐਜੂਕੇਸ਼ਨ, ਸਾਡੇ ਇਲਾਕਾ ਵਾਈਜ਼ ਸਕੂਲ ਹੋਣ, ਸਾਡੇ ਬੱਚੇ ਪੜ੍ਹਨ ਉੱਥੇ, ਅਸੀਂ ਮਤਲਬ ਸਾਡੇ ਸਿੱਖੀ ਸੋਚ ਵਾਲੇ IPS ਪੈਦਾ ਕਰੀਏ, IAS ਪੈਦਾ ਕਰੀਏ, ਪਰ ਉੱਥੇ ਜੋਕਾਂ ਚਿੰਬੜੀਆਂ ਬਾਦਲ ਹੋਣੀ ਸਾਡੀਆਂ ਗੋਲਕਾਂ ਨੂੰ। ਇਹ ਚਿੰਬੜਿਆ ਹੈ, ਸਾਰੀ ਲੁੱਟ ਖਸੁੱਟ ਕਰਦੇ ਆ। ਔਰ ਉਹ ਦੇਖੋ, ਗੁਰਦੁਆਰਾ ਸਾਹਿਬ ਦੇ ਜਿਹੜੇ ਮੁਲਾਜ਼ਮ ਨੇ, ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਨੇ ਤੇ ਲੌਂਗੋਵਾਲ ਦੇ ਘਰੇ ਕੰਮ ਕਰਦੇ ਆ। ਹਾਲਾਤ ਵੇਖੋ ਤੁਸੀਂ ਕੈਸੇ ਬਣਾਏ ਆ। ਉਹ ਲੌਂਗੋਵਾਲ ਦਾ ਮੁੰਡਾ ਗੁਰਦੁਆਰਾ ਸਾਹਿਬ ਦੀ ਗੱਡੀ 'ਚ ਕੀ ਫਿਰਦਾ। ਜੇ ਮੈਨੂੰ ਤਾਂ ਇਹ ਵੀ ਦੱਸਿਆ ਕਈ ਉੱਥੇ ਦੇ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ, ਕਿ ਜੇ ਬੱਲਬ, ਮੈਨੂੰ ਸ਼ਰਮ ਆਉਂਦੀ ਆਪਣੇ ਆਪ ਨੂੰ ਇਹ ਗੱਲ ਕਰਦੇ ਆ, ਯਕੀਨ ਨਹੀਂ ਆਉਂਦਾ ਵੀ ਇੰਨੇ ਕਰਕੇ ਗਏ। ਜੇ ਲੌਂਗੋਵਾਲ ਦੀ ਕੋਠੀ ਦੇ ਵਿੱਚ ਕੋਈ ਬੱਲਬ ਵੀ ਲੱਗਦਾ ਨਾ, ਉਹ ਵੀ ਗੁਰਦੁਆਰਾ ਸਾਹਿਬ 'ਚੋਂ ਲੈ ਕੇ ਜਾਂਦੇ ਆ। ਮਤਲਬ ਖਾਣਾ ਜੇ ਬਣਦਾ ਉਹਨਾਂ ਦੇ ਗਨਮੈਨਾਂ ਦਾ, ਉਹ ਵੀ ਗੁਰਦੁਆਰੇ 'ਚ। ਇਹਨਾਂ ਦੇ ਪਿਓ ਵਾਲੇ ਗੁਰਦੁਆਰੇ ਆ,
ਉੱਤੋਂ ਇਹ ਕਹਿੰਦੇ ਆ ਜਿਹੜਾ ਸਾਨੂੰ ਸਵਾਲ ਕਰੂ ਡਾਂਗਾ ਚੱਕ ਲਾਂਗੇ, ਤੇ ਫਿਰ ਡਾਂਗਾ ਦੂਜਿਆਂ ਕੋਲ ਵੀ ਹੁੰਦੀਆਂ। ਇਸ ਲਈ ਇਹ ਜਿਹੜੇ ਮਤਲਬ ਬੰਦੇ ਨੇ, ਇਹਨਾਂ ਤੋਂ ਖਹਿੜਾ ਛਡਾਉਣਾ ਪਊਗਾ ਸਾਨੂੰ। ਸਾਰੇ ਮਤਭੇਦ ਭੁਲਾ ਕੇ ਗੁਰਦੁਆਰਿਆਂ ਨੂੰ ਬਾਦਲ ਮੁਕਤ ਕਰਨਾ ਹੋਊ, ਔਰ ਫਿਰ ਹਿਸਾਬ ਮਿਲੂਗਾ ਸਰੂਪਾਂ ਦਾ। ਉਹਨਾਂ ਚਿਰ ਇਹਨਾਂ ਨੇ ਨਹੀਂ ਦੇਣਾ। ਫਿਰ ਸਾਨੂੰ ਪਤਾ ਲੱਗੂ ਕਿੱਥੇ ਕਿੱਥੇ ਇਹਨਾਂ ਨੇ ਘੁਟਾਲੇ ਕਰੇ ਨੇ, ਕੀ ਕੁਛ ਕੀਤਾ ਹੈ। ਇਹ ਅਕਾਲ ਤਖਤ ਸਾਹਿਬ ਦੀ ਮੈਂ ਨਾਲ ਇਹ ਵੀ ਬੇਨਤੀ ਕਰਦਾ, ਧਨਵੰਤ ਸਿੰਘ ਸੀ ਇੱਕ ਸਾਧ, ਬਲਾਤਕਾਰ ਦੇ ਕੇਸ ਵਿੱਚ ਇਹਨਾਂ ਨੇ ਤਾਂ ਕਰਤਾ ਸੀਗਾ, ਉਹਨੂੰ ਮਤਲਬ ਬਚਾ ਲਿਆ ਸੀਗਾ, ਤੇ ਦੁਨਿਆਵੀ ਅਦਾਲਤ ਨੇ ਦਿੱਤੀ ਸੀ ਸਜ਼ਾ। ਹਰਪ੍ਰੀਤ ਸਿੰਘ ਫਿਰ ਅਕਾਲ ਤਖਤ ਨੂੰ ਫਿਰ ਕਿਹਨੇ ਢਹਿ ਢੇਰੀ ਕੀਤਾ, ਕਿਹਨੇ ਉਹਦਾ ਸਿਧਾਂਤ ਮਲੀਆਮੇਟ ਕੀਤਾ, ਪੁੱਛਣ ਵਾਲਾ ਚਾਹੀਦਾ ਇਹਨਾਂ ਨੂੰ ਕੋਈ। ਤੇ ਤੁਹਾਡਾ ਜਿਹੜਾ ਜਥੇਦਾਰ ਗੁਰਬਚਨ ਸਿੰਘ ਆ, ਉਹਨੇ ਹਸਤਾਖਰ ਕਰਕੇ ਜਿਹੜੇ ਸਰੂਪਾਂ ਦੀ ਬੇਅਦਬੀ ਕਰਾਈ, ਉਹ ਵੀ ਅਸੀਂ ਦੱਸਾਂਗੇ ਸਾਰੇ ਸਬੂਤ ਜੀ। ਤੁਸੀਂ ਕਹਿੰਦੇ ਹੋ ਕਬਜ਼ਾ ਬਾਦਲ ਪਰਿਵਾਰ ਦਾ, ਪਰ ਕਬਜ਼ਾ ਕਿਹਨੇ ਕਰਾਇਆ? ਲੋਕਾਂ ਨੇ ਵੋਟਾਂ ਪਾ ਕੇ SGPC ਮੈਂਬਰ ਬਣਾਏ ਨੇ, ਮੈਂਬਰਾਂ ਨੇ ਪ੍ਰਧਾਨ ਚੁਣਿਆ, ਸਾਰਾ ਸਿਸਟਮ ਚੱਲ ਰਿਹਾ ਸਿਸਟਮ ਨਾਲ। ਫਿਰ ਲੋਕ ਕਿਉਂ ਨਹੀਂ ਸਮਝਦੇ? ਜੇ ਤੁਸੀਂ ਕਹਿੰਦੇ ਹੋ ਵੀ ਇਹ ਕਬਜ਼ਾ ਜੀ ਬਹੁਤ ਗਲਤ ਕੰਮ ਹੋ ਰਹੇ ਨੇ, ਲੋਕ ਸਿੱਖ ਬੈਠੇ ਨੇ, ਪਿੰਡਾਂ 'ਚ ਬੈਠੇ ਨੇ, ਸ਼ਹਿਰਾਂ 'ਚ ਬੈਠੇ ਨੇ, ਫਿਰ ਉਹ ਕਿਉਂ ਨਹੀਂ ਕਦਮ ਚੱਕਦੇ ਵੀ ਵੋਟਾਂ ਪੈ ਕੇ ਸਿਸਟਮ ਨਾਲ ਚੱਲਦਾ ਸਿਸਟਮ ਤਾਂ ਸਾਰਾ? ਬਿਲਕੁਲ ਜੀ, ਲੋਕ ਹੁਣ ਸਮਝ ਚੁੱਕੇ ਨੇ। ਦਸੰਬਰ 2016 'ਚ ਇਹਨਾਂ ਦੀ ਟਰਮ ਪੂਰੀ ਹੋ ਚੁੱਕੀ ਹੈ। ਹੁਣ ਉਮੀਦ ਹੈ, ਅਸੀਂ ਤਾਂ ਸੈਂਟਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਚੋਣਾਂ ਕਰਵਾਓ। ਇਹ ਜਿਹੜੇ ਰਾਖਸ਼ ਸਾਨੂੰ ਚਿੰਬੜੇ ਹੋਏ ਨੇ, ਇਹ ਬਹੁਤ ਵੱਡੇ, ਤੇ ਇਹਨਾਂ ਤੋਂ ਸਾਡਾ ਖਹਿੜਾ ਛੁੱਟ ਜੇ ਕੌਮ ਦਾ। ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ, ਔਰ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਲੋਕ ਵਿਚਾਰੇ ਗੱਲਾਂ 'ਚ ਆ ਜਾਂਦੇ ਆ, ਨਾਲੇ ਇੰਨਾ ਕਿਸੇ ਨੇ ਨਹੀਂ ਸੋਚਿਆ ਸੀ। ਮੈਨੂੰ ਸੀਨੀਅਰ ਬਾਦਲ ਗਰੁੱਪ ਦੇ ਸੀਨੀਅਰ ਬੰਦੇ ਮਿਲਦੇ ਆ, ਤੇ ਉਹ ਹੱਥ ਬੰਨ੍ਹ ਕੇ ਖੜ ਜਾਂਦੇ ਆ ਨੀਵੀਂ ਪਾ ਕੇ, ਕਿ ਭਾਈ ਸਾਹਿਬ ਅਸੀਂ ਤਾਂ ਬਸ ਇਹੋ ਜਿਹੇ ਹਾਂ। ਸੋ ਇਸ ਕਰਕੇ ਇੰਨੇ ਗਰਕ ਜਾਣਗੇ, ਇਹ ਮੈਨੂੰ ਨਹੀਂ ਲੱਗਦਾ ਕਿਸੇ ਵੋਟਰ ਨੇ ਸੋਚਿਆ ਹੋਊਗਾ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਰੋਸ 'ਚ ਜਿਹੜੇ ਨੌਜਵਾਨ ਬੈਠਣਗੇ, ਉਹਨਾਂ ਦੇ ਗੋਲੀਆਂ ਮਰਵਾਉਣਗੇ ਤੇ ਸੌਦਾ ਸਾਧ ਦੇ ਪੋਸਟਰਾਂ ਨੂੰ ਦੇਣਗੇ ਸਿਕਿਉਰਿਟੀ। ਇਹ ਇੰਨਾ ਮਤਲਬ ਗਰਕਣਗੇ, ਇਹ ਕਿਸੇ ਨੇ ਸੋਚਿਆ ਨਹੀਂ ਸੀਗਾ। ਪਰ ਲੋਕ ਹੁਣ ਤਿਆਰ ਨੇ, ਤੇ ਸਾਰੀਆਂ ਮੈਂ ਸਿੱਖ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਇੱਕ ਮੁਠਤਾ ਨਾਲ ਇੱਕ ਮਜ਼ਬੂਤ ਧਿਰ ਬਣਾਈਏ ਇਸ ਤਰ੍ਹਾਂ ਦੀ, ਕਿ ਆਪਾਂ ਇਹ ਰਾਖਸ਼ ਬੈਠੇ ਨੇ, ਜਿਹੜੇ ਇਹ ਮੈਂ ਕਹਿੰਦਾ ਡੋਗਰਿਆਂ ਤੋਂ ਵੀ ਇਹ ਅੱਗੇ ਵਧ ਗਏ ਜੀ। ਤੇ ਇਹਨਾਂ ਨੇ ਜਿੰਨਾ ਸਾਡਾ ਸੱਤਿਆਨਾਸ਼ ਕੀਤਾ, ਇਹ ਸਾਰਾ ਇਹਨਾਂ ਤੋਂ ਆਪਾਂ ਖਹਿੜਾ ਛਡਵਾ ਲਈਏ, ਤੇ ਨਹੀਂ ਤਾਂ ਇਤਿਹਾਸ ਸਾਨੂੰ ਮਾਫ ਨਹੀਂ ਕਰੂਗਾ। ਇਹ ਲੋਕ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਕਰਦੇ ਆ, ਤੇ ਉੱਤੋਂ ਸਾਨੂੰ ਮਤਲਬ ਡਾਂਗਾਂ ਦੀਆਂ ਧਮਕੀਆਂ ਦਿੰਦੇ ਆ। ਇਹਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੂਗਾ। ਸਿਹਤ ਤੇ ਸਿੱਖਿਆ ਦੀ ਗੱਲ ਕਰ ਰਹੇ ਸੀ ਤੁਸੀਂ, ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਬਾਰੇ ਗੱਲ ਕਰੀ ਆ, ਉੱਥੇ ਵੀ ਕਹਿੰਦੇ ਬਹੁਤ ਖਰਚਾ ਆਉਂਦਾ, ਕਿਤੇ ਨਾ ਕਿਤੇ ਜਿਵੇਂ ਪ੍ਰਾਈਵੇਟ ਹਸਪੀਟਲ ਨੇ ਉਨੇ ਪੈਸੇ ਲੱਗਦੇ ਆ। ਜਿਵੇਂ ਵੀ ਤੁਹਾਨੂੰ ਕੀ ਲੱਗਦਾ, ਜਿਵੇਂ SGPC ਦੇ ਬਜਟ ਨੇ ਵੀ ਸਿੱਖਿਆ ਫ੍ਰੀ ਹੋਣੀ ਚਾਹੀਦੀ ਆ, ਜਾਂ ਹੈਲਥ ਦਾ ਵੀ ਪੂਰਾ ਮਤਲਬ ਸਸਤੇ ਹਸਪੀਟਲ ਨੂੰ ਸਸਤੇ ਇਲਾਜ ਹੋਣ, ਤਾਂ ਹੀ ਲੋਕ ਕਹਿਣਗੇ ਵੀ SGPC ਦੇ ਬਹੁਤ ਵੱਡੇ ਕੰਮ ਨੇ ਜੀ? ਬਿਲਕੁਲ ਜੀ, ਦੇਖੋ ਸੰਗਤ ਗੁਰੂ ਕੇ ਸਿੱਖ ਫੋਰਨ ਕੰਟਰੀਆਂ 'ਚ ਐਡੇ ਵੱਡੇ ਪੱਧਰ ਤੇ ਮਹਾਰਾਜ ਦੀ ਕਿਰਪਾ ਨਾਲ ਬੈਠੇ ਆ। ਇਹ ਇਮਾਨਦਾਰੀ ਨਾਲ ਕੋਈ ਕੰਮ ਤਾਂ ਕਰਕੇ ਵੇਖੇ, ਕੋਈ ਕੰਮ ਕਰੇ। ਸਿੱਖ ਛਾਲਾਂ ਮਾਰ ਕੇ ਪੈਸੇ ਭੇਜਣ ਨੂੰ ਤਿਆਰ ਹੈ। ਇਹ ਐਲਾਨ ਕਰ ਦੇਣ ਵੀ ਜਿਹੜਾ ਲੋੜਵੰਦ ਹੈ ਉਹਨੂੰ ਇੱਥੇ ਫ੍ਰੀ ਪੜ੍ਹਾਈ ਹੈ, ਫ੍ਰੀ ਉਹਦਾ ਇਲਾਜ ਹੈ। ਜਿਹੜੇ ਸਿੱਖ ਨੂੰ ਮਹਾਰਾਜ ਨੇ ਪੈਸੇ ਬਖਸ਼ੇ ਹੋਏ ਆ ਨਾ, ਉਹ ਕੋਈ ਨਹੀਂ। ਗੁਰੂ ਘਰ ਤਾਂ ਇੱਦਾਂ ਭਾਵਨਾ ਸੰਗਤ ਦੀ, ਜੇ ਪ੍ਰਸ਼ਾਦਾ ਗੁਰੂ ਕੇ ਲੰਗਰ 'ਚੋਂ ਛਕਦੀ ਹੈ ਨਾ ਸੰਗਤ, ਇਹ ਸਾਰੇ ਸੁਖਬੀਰ ਵਰਗੇ ਥੋੜ੍ਹਾ ਨੇ। ਜੇ ਗੁਰੂ ਕੇ ਲੰਗਰ 'ਚੋਂ ਛਕਦੀ ਹੈ ਸੰਗਤ, ਪ੍ਰਸ਼ਾਦਾ ਛਕਦੇ ਆ, ਤਾਂ ਉੱਥੇ ਥੋੜ੍ਹੇ ਪੈਸੇ ਪਾਉਂਦੇ ਆ। ਮਹਾਰਾਜ ਦੇ ਦਰਦ ਹੈ, ਆਪਾਂ ਐਂ ਨਹੀਂ ਸ਼ੁਕਰਾਨਾ ਕਰਕੇ ਪਾਉਂਦੇ ਆ। ਤਾਂ ਮਤਲਬ ਜੇ ਅਸੀਂ ਕੰਮ ਕਰਾਂਗੇ ਇਮਾਨਦਾਰੀ ਨਾਲ, ਲੋਕ ਤਾਂ ਪੈਸੇ ਦੀ ਕਮੀ ਤਾਂ ਰਹਿਣੀ ਨਹੀਂ। ਗੁਰੂ ਦੇ ਘਰ 'ਚ ਕਾਹਦੀ ਕਮੀ ਹੈ ਜੀ? ਕੋਈ ਕਮੀ ਨਹੀਂ। ਇਹਨਾਂ ਦੇ ਨੀਤ ਦੀ ਕਮੀ ਹੈ। ਇਹ ਮਤਲਬ ਇਹਨਾਂ ਦਾ ਜਿਹੜਾ ਤ੍ਰਿਸ਼ਨ ਹੈ ਉਹ ਬੁੱਝ ਨਹੀਂ ਰਹੀ। ਇਸ ਕਰਕੇ ਹੁਣ ਦੇਖੋ, ਮਤਲਬ ਗੁਰੂ ਗ੍ਰੰਥ, ਮੈਨੂੰ ਇਹ ਗੱਲ ਬਹੁਤ ਤਕਲੀਫ ਦਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਸਲੇ ਤੇ ਕਹਿ ਰਹੇ ਹੋ ਕਰਪਸ਼ਨ ਦਾ ਮਸਲਾ ਹੈ। ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਘੁਟਾਲਾ ਵੀ ਕਰਤਾ ਤੁਸੀਂ। ਇਸ ਲਈ ਇਸ ਤੋਂ ਵੱਧ ਕੁਛ ਨਹੀਂ ਹੋ ਸਕਦਾ। ਹੁਣ ਅਸੀਂ ਕਿਸੇ ਤਰ੍ਹਾਂ ਵੀ ਉਡੀਕ ਨਹੀਂ ਕਰ ਸਕਦੇ। ਹੁਣ ਸਾਨੂੰ ਇਕਮੁੱਠਤਾ ਦੇ ਨਾਲ ਇਹਨਾਂ ਨੂੰ ਬਾਦਲਕਿਆਂ ਨੂੰ ਇੱਥੋਂ ਗੁਰਦੁਆਰਿਆਂ 'ਚੋਂ ਭਜਾਉਣਾ ਪਊਗਾ, ਹਰ ਹਾਲਤ 'ਚ ਕੱਢਣਾ ਪਊਗਾ, ਨਹੀਂ ਤਾਂ ਜਿਹੜਾ ਇਤਿਹਾਸ ਹੈ ਉਹ ਸਾਨੂੰ ਮਾਫ ਨਹੀਂ ਕਰੂਗਾ ਜੀ। ਤੁਹਾਨੂੰ ਨਹੀਂ ਲੱਗਦਾ ਜੇ SGPC ਦੇ ਸਕੂਲ ਹੋਣ, ਉੱਥੇ ਐਡਮਿਸ਼ਨ ਜਿਨ੍ਹਾਂ ਨੂੰ ਦਿੱਤੀ ਜਾਂਦੀ ਹੈ ਕਿ ਜਿਹੜਾ ਸਿੱਖ ਹੋਊਗਾ, ਸਿੱਖ ਪਰਿਵਾਰ ਹੋਊ, ਉਹਨਾਂ ਦੀ ਪੜ੍ਹਾਈ ਬਿਲਕੁਲ ਫ੍ਰੀ ਹੋਊਗੀ, ਵੀ ਉਹਦੇ ਨਾਲ ਸਿੱਖਾਂ ਦੀ ਗਿਣਤੀ ਵਧੂ ਨਹੀਂ ਆਉਣ ਵਾਲੇ ਸਮੇਂ 'ਚ? ਬਿਲਕੁਲ ਜੀ। ਇਹ ਤਾਂ ਜਿਹੜੇ SGPC ਦੇ ਮੁਲਾਜ਼ਮ ਨੇ ਨਾ ਜੀ, ਜਿਹੜੇ ਮੁਲਾਜ਼ਮ ਵਿਚਾਰੇ ਸਹੀ ਕੰਮ ਕਰ ਰਹੇ ਨੇ, ਉਹਨਾਂ ਦੇ ਜਵਾਕਾਂ ਨੂੰ ਨਹੀਂ ਫ੍ਰੀ ਪੜ੍ਹਾ ਰਹੇ, ਉਹਨਾਂ ਲਈ ਵੀ ਕੋਈ ਖਾਸ ਨਹੀਂ ਹੈਗੀਆਂ। ਇਹ ਤਾਂ ਉੱਪਰੋਂ ਆਪ ਹੀ ਖਾਈ ਜਾਂਦੇ ਆ, ਉਹ ਵੀ ਹੇਠਲੇ ਮੁਲਾਜ਼ਮ ਸਾਰੇ ਤੜਫਦੇ ਆ। ਸੋ ਇਸ ਕਰਕੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਇਹ 100 ਸਾਲਾਂ ਮਨਾ ਰਹੇ ਆ, 5 ਪ੍ਰਾਪਤੀਆਂ ਗਿਣਾ ਦੇਣ ਚਾਹੀਦਾ ਸੀ। ਜੇ ਹਰਪ੍ਰੀਤ ਸਿੰਘ ਗੱਲ ਕਰ ਰਿਹਾ ਕਿ ਅਖਬਾਰ ਚਲਾਏ ਸਿੱਖਾਂ ਨੇ, ਉਦੋਂ
ਤੇ ਹੁਣ ਤੁਹਾਡੀ ਜਾਨ ਨਿਕਲਦੀ ਹੈ। ਸਾਡਾ ਚੈਨਲ ਤੁਸੀਂ ਸਾਰਾ ਕੁਝ ਨਿੱਜੀ ਚੈਨਲ ਉੱਥੋਂ ਉਹਨੂੰ ਦਿੱਤਾ ਹੋਇਆ ਸਾਰਾ ਕੁਝ, ਤੇ ਤੁਸੀਂ ਕੀ ਸ਼੍ਰੋਮਣੀ ਕਮੇਟੀ ਚੈਨਲ ਨਹੀਂ ਖੋਲ੍ਹ ਸਕਦੀ? ਕੀ ਸਾਡਾ ਅਖਬਾਰ ਰੋਜ਼ਾਨਾ ਦਾ ਨਹੀਂ ਚਾਹੀਦਾ? ਸਭ ਕੁਝ ਸਾਡਾ ਚਾਹੀਦਾ ਕਿ ਵਰਲਡ ਵਾਈਡ ਇੱਕ ਇਸ ਤਰ੍ਹਾਂ ਦਾ ਸੰਗਠਨ ਚਾਹੀਦਾ ਜਿੱਥੇ ਵਿਸ਼ਵ ਪੱਧਰ ਦੇ ਮਸਲਿਆਂ ਦੇ ਉੱਤੇ ਸਾਡੀਆਂ ਵਿਚਾਰਾਂ ਹੋਣ ਕਿ ਸਾਡੀ ਕੌਮ ਨੇ ਇਹਦੇ ਉੱਤੇ ਕੀ ਸਟੈਂਡ ਲੈਣਾ। ਪਰ ਇਹਨਾਂ ਦੀ ਤਾਂ ਰੇਂਜ ਸੰਭੂ ਬਾਰਡਰ ਤੋਂ ਟੱਪਦੀ ਨਹੀਂ, ਇੱਥੇ ਦੇਖਦੇ ਆ ਇਹ ਸਾਰਾ ਸਿਸਟਮ। ਇਸ ਕਰਕੇ ਇਹ ਗੁਰੂ ਘਰਾਂ ਨੂੰ ਸੰਭਾਲਣ ਦੇ ਬਿਲਕੁਲ ਵੀ ਯੋਗ ਨਹੀਂ, ਬਲਕਿ ਪੰਥ ਦੋਖੀਆਂ ਨਾਲ ਰਲੇ ਹੋਏ ਨੇ, ਗਦਾਰੀ ਕਰਦੇ ਨੇ ਕੌਮ ਦੇ ਨਾਲ। ਇਹਨਾਂ ਨੂੰ ਗੁਰਦੁਆਰਿਆਂ 'ਚੋਂ ਹਰ ਹਾਲਤ 'ਚ ਕੱਢਣਾ ਹੈ। ਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਸੰਗਤ ਨੂੰ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਛੇਤੀ ਹੀ ਅਸੀਂ ਪ੍ਰੋਗਰਾਮ ਉਲੀਕ ਰਹੇ ਹਾਂ, ਇੱਕ ਦਿਨ ਆਵਾਂਗੇ, ਜਥੇਦਾਰਾਂ ਦੀਆਂ ਉਹ ਕਰਤੂਤਾਂ ਜੱਗ ਜ਼ਾਹਰ ਕਰਾਂਗੇ ਜਿਹੜੀਆਂ ਕਰਤੂਤਾਂ ਕਿਸੇ ਨੇ ਵੇਖੀਆਂ ਸੁਣੀਆਂ ਨਹੀਂ ਹੋਣਗੀਆਂ। ਤੇ ਹਰਪ੍ਰੀਤ ਸਿੰਘ ਨੂੰ ਵੀ ਮੈਂ ਇਹ ਬੇਨਤੀ ਕਰਦਾ ਵੀ ਅਸੀਂ ਡੇਟ ਤੁਹਾਨੂੰ ਪਹਿਲਾਂ ਦੱਸਾਂਗੇ ਤੇ ਤੁਸੀਂ ਡਾਂਗਾਂ ਵਾਲੇ ਆਪਣੇ ਬੁਲਾ ਕੇ ਰੱਖਿਓ, ਡਾਂਗਾਂ ਨੂੰ ਤੇਲ ਲਵਾ ਕੇ ਰੱਖਿਓ। ਅਸੀਂ ਗੁਰੂ ਸਾਹਿਬ ਦੀ ਮਾਣ ਮਰਿਆਦਾ ਲਈ, ਗੁਰੂ ਦੇ ਸਤਿਕਾਰ ਲਈ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਣ ਲਈ ਤੁਹਾਡੀਆਂ ਡਾਂਗਾਂ ਖਾਣ ਲਈ ਵੀ ਤਿਆਰ ਹਾਂ। ਇਸ ਤੋਂ ਅੱਗੇ ਤੁਸੀਂ ਵਧਣਾ ਅਸੀਂ ਉਹਦੇ ਲਈ ਵੀ ਤਿਆਰ ਹਾਂ, ਪਰ ਅਸੀਂ ਸ਼ਾਂਤਮਈ ਲੋਕ ਹਾਂ, ਪੀਸਫੁਲੀ ਲੋਕ ਹਾਂ। ਬਾਕੀ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਚਾਹੁੰਦਾ, ਜਿਹੜਾ ਇਹ ਕਹਿੰਦੇ ਵੀ ਧਰਨੇ ਨਹੀਂ ਦਿੱਤੇ ਜਾ ਸਕਦੇ, ਸ਼ਾਂਤਮਈ ਮੁਜ਼ਾਹਰੇ ਨਹੀਂ ਕੀਤੇ ਜਾ ਸਕਦੇ, ਤਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਹੋਰੀ ਨਨਕਾਣਾ ਸਾਹਿਬ ਦੇ ਇਤਿਹਾਸਕ ਸਥਾਨ 'ਤੇ ਸ਼ਾਂਤਮਈ ਕੀ ਕਰਨ ਗਏ ਸੀ? ਰੋਸ ਪ੍ਰਗਟਾਉਣ ਗਏ ਸੀ। ਜਦੋਂ ਨਰੈਣੂ ਵਰਗੇ ਗੁੰਡੇ ਗੁਰਦੁਆਰਿਆਂ 'ਚ ਹੋਣ, ਸਿੱਖਾਂ ਨੂੰ ਆਪਣੇ ਗੁਰਦੁਆਰਿਆਂ 'ਚ ਵੀ ਰੋਸ ਪ੍ਰਗਟਾਉਣਾ ਪਿਆ। ਇਤਿਹਾਸ ਦੱਸਦਾ ਹੈ ਸਿੱਖਾਂ ਨੂੰ ਹਥਿਆਰਬੰਦ ਹੋ ਕੇ ਵੀ ਜਾਣਾ ਪਿਆ। ਤੇ ਅੱਜ ਸਾਡੇ ਕੋਲੇ ਹਥਿਆਰ ਵੋਟ ਹੈਗੀ ਆ, ਉਹ ਅਸੀਂ ਹਥਿਆਰ ਡਾਂਗਾ ਇਹਨਾਂ 'ਤੇ ਅਸੀਂ ਚਲਾਉਣੀਆਂ ਨੇ, ਵੋਟਾਂ 'ਚ ਚਲਾਵਾਂਗੇ ਜਦੋਂ ਉਹ ਟਿਕ ਕਰਾਵਾਂਗੇ। ਤੇ ਦੂਜਾ ਜਿਹੜਾ ਸ਼ਾਂਤਮਈ ਰੋਸ ਅਸੀਂ ਜਿਤਾਵਾਂਗੇ। ਵਰਲਡ ਦਾ ਸਿੱਖ ਜਿੱਥੇ ਵੀ ਕਿਤੇ ਬੈਠਾ, ਮੈਂ ਤਾਂ ਆਪ ਜੀ ਦੇ ਪੰਜਾਬੀ ਲੋਕ ਚੈਨਲ ਰਾਹੀਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਇਹ ਬਾਦਲ ਕਹਿੰਦਾ ਕੋਈ ਚਹੇਤਾ ਮਿਲੇ ਉਹਨਾਂ ਨੂੰ 328 ਸਰੂਪਾਂ ਦੇ ਉੱਤੇ ਸਵਾਲ ਕਰੇ ਜਾਣ ਕਿ ਕਿੱਥੇ ਨੇ, ਕਿਹੜੀ ਸੰਗਤ ਲੈ ਗਈ। ਕੋਈ ਮੰਗਲ ਗ੍ਰਹਿ 'ਚੋਂ ਆਈ ਸੀ ਸੰਗਤ ਜਿਹਦਾ ਵੇਰਵਾ ਨਹੀਂ ਪਤਾ, ਫਿਰ ਉੱਥੇ ਲੱਖਾਂ ਰੁਪਈਆਂ ਦੀਆਂ ਤਨਖਾਹਾਂ ਕਾਹਤੋਂ ਦਿੰਦੇ ਹੋ ਅਧਿਕਾਰੀਆਂ ਨੂੰ ਜੇ ਤੁਸੀਂ ਵੇਰਵੇ ਰੱਖਣੇ ਹੀ ਨਹੀਂ। ਸੋ ਇਸ ਲਈ ਇਹਨਾਂ ਤੋਂ ਇਹ ਸਵਾਲ ਲਗਾਤਾਰ ਪੁੱਛੇ ਜਾਣ। 91 ਲੱਖ ਦਾ ਹਿਸਾਬ ਦੇਣ, ਕਿੱਥੋਂ ਦੇਣਗੇ? ਤੇ ਇਹ ਸਾਰੇ ਇਹਨਾਂ ਦੇ ਹੋਰ ਬਹੁਤ ਸਾਰੇ ਪਰਦੇ ਨੇ, ਮਤਲਬ ਬਹੁਤ ਇਹਨਾਂ ਦੇ ਪਾਪ ਨੇ ਜਿਹੜੇ ਸਾਰੇ ਉਘੇੜਾਂਗੇ ਜਦੋਂ ਸਮਾਂ ਆਇਆ। ਸੋ ਇਹ ਸਨ ਦਰਬਾਰ ਏ ਖਾਲਸਾ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ। ਸੋ ਇਹਨਾਂ ਨੇ ਕਿਹਾ ਕਿ ਵੱਡੇ ਘਪਲੇ ਨੇ ਐਸਜੀਪੀਸੀ ਸਹੀ ਦਿਸ਼ਾ ਤੇ ਨਹੀਂ ਚੱਲ ਰਹੀ। 100 ਸਾਲ ਸ਼ਤਾਬਦੀ ਦਾ ਮਨਾਈ, ਪਰ 5 ਪ੍ਰਾਪਤੀਆਂ ਦੱਸਣ, ਜਥੇਦਾਰ ਸਾਹਿਬ 5 ਪ੍ਰਾਪਤੀਆਂ ਦੱਸਣ ਕਿ ਕਿਸ ਤਰ੍ਹਾਂ ਦੀਆਂ ਨੇ। ਸੋ ਉਹਨਾਂ ਨੇ ਕਿਹਾ ਕਿ ਹੈਲਥ ਅਤੇ ਸਿੱਖਿਆ ਤੇ ਪੂਰੀ ਜੋ ਵੀ ਪੈਸਾ ਬਰਬਾਦ ਹੋ ਰਿਹਾ ਉਹ ਬਰਬਾਦ ਨਾ ਹੋਵੇ, ਹੈਲਥ ਤੇ ਸਿੱਖਿਆ ਤੇ ਉਹ ਪੈਸਾ ਲਾਇਆ ਜਾਵੇ ਤਾਂ ਕਿ ਜੋ ਹਸਪਤਾਲ ਨੇ, ਜੋ ਸਕੂਲ ਨੇ, ਉਹ 'ਚ ਫ੍ਰੀ ਪੜ੍ਹਾਈ ਕਰਾਈ ਜਾਵੇ ਅਤੇ ਤਾਂ ਸਿੱਖੀ ਦਾ ਪ੍ਰਚਾਰ ਵੱਧ ਸਕਦਾ। ਕੈਮਰਾਮੈਨ ਰਸਵਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ।